नमस्कार खबरां ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ। ਮੈਂ ਰਜਨੀ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੰਡੀਅਨ ਨੇਵਲ ਐਵੀਏਸ਼ਨ ਨੂੰ ਝੰਡਾ ਪ੍ਰਦਾਨ ਕੀਤਾ। ਦੇਸ਼ ਦੀ ਸਮੁੰਦਰੀ ਸਰਹੱਦਾਂ ਦੀ ਰਾਖੀ ਦੇ ਲਈ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਕੋਵਿਡ ਟੀਕਾ ਲਾਭਪਾਤਰੀਆਂ ਅਤੇ ਸਿਹਤ ਕਾਮਿਆਂ ਨਾਲ ਗੱਲਬਾਤ ਕੀਤੀ। ਦੇਸ਼ ਦੇ ਕਿਸੇ ਵੀ ਸੂਬੇ ਵੱਲੋਂ ਆਪਣੀ ਬਾਲਗ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦੇ 100% ਟੀਚੇ ਨੂੰ ਹਾਸਲ ਕਰਨ ਦੇ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 43,903 ਮਰੀਜ਼ਾਂ ਨੇ ਕੋਰੋਨਾ ਲਾਗ ਤੋਂ ਮੁਕਤੀ ਹਾਸਲ ਕੀਤੀ। ਇਸ ਅਰਸੇ ਦੌਰਾਨ 38,948 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਬਰਤਾਨੀਆ ਨੇ ਭਾਰਤ ਦੇ ਕੋਵਿਡ ਪ੍ਰਬੰਧਨ ਦੀ ਸ਼ਲਾਘਾ ਕਰਦਿਆਂ ਦੇਸ਼ ਦੀ ਅੱਧੀ ਆਬਾਦੀ ਤੋਂ ਵੱਧ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦੇਣ ਲਈ ਵਧਾਈ ਦਿੱਤੀ। ਕੋਰੋਨਾ ਪੋਜ਼ਿਟਿਵ ਪਾਏ ਗਏ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ 3 ਹੋਰ ਕਰੀਬੀ ਸਾਥੀਆਂ ਸਮੇਤ ਇਕਾਂਤਵਾਸ 'ਚ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੰਡੀਅਨ ਨੇਵਲ ਐਵੀਏਸ਼ਨ ਨੂੰ ਝੰਡਾ ਪ੍ਰਦਾਨ ਕੀਤਾ ਹੈ। INS ਹੰਸ ਤੇ ਕਰਵਾਈ ਗਈ ਰਸਮੀ ਪਰੇਡ ਦੌਰਾਨ ਮਾਰਚ ਪਾਸਟ ਤੋਂ ਸਲਾਮੀ ਲੈਣ ਮਗਰੋਂ ਉਨ੍ਹਾਂ ਨੇ ਝੰਡਾ ਪ੍ਰਦਾਨ ਕੀਤਾ। ਇਸ ਮੌਕੇ ਡਾਕ ਵਿਭਾਗ ਵੱਲੋਂ ਸਪੈਸ਼ਲ ਡੇ ਕਵਰ ਵੀ ਜਾਰੀ ਕੀਤਾ ਗਿਆ। ਸਮਾਗਮ ਦੌਰਾਨ ਬੋਲਦਿਆਂ ਰਾਸ਼ਟਰਪਤੀ ਨੇ ਜਲ ਸੈਨਾ ਵੱਲੋਂ ਦੇਸ਼ ਦੀਆਂ ਸਮੁੰਦਰੀ ਸਰਹੱਦਾਂ ਦੀ ਰਾਖੀ ਦੇ ਲਈ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਸ਼ਲਾਘਾ ਵੀ ਕੀਤੀ। It is indeed a momentous event in the history of naval aviation as it completes 68 glorious years in the service of the nation. I would like to congratulate all officers and sailors, past and present, for achieving this feat. The President's colour presented today is the recognition of exceptional service rendered to the nation in peace and war. Naval aviation has an exceptional record of professional excellence and has discharged its responsibilities with honour and distinction. ਰਾਸ਼ਟਰ ਦੀ ਵਿਲੱਖਣ ਸੇਵਾ ਲਈ ਕਿਸੇ ਵੀ ਸੈਨਿਕ ਇਕਾਈ ਨੂੰ ਪ੍ਰਦਾਨ ਕੀਤੇ ਜਾਣ ਵਾਲਾ ਰਾਸ਼ਟਰਪਤੀ ਦਾ ਝੰਡਾ ਸਰਵਉੱਚ ਸਨਮਾਨ ਮੰਨਿਆ ਜਾਂਦਾ ਹੈ। ਭਾਰਤੀ ਹਥਿਆਰਬੰਦ ਬਲਾਂ ਵਿੱਚ ਭਾਰਤੀ ਜਲ ਸੈਨਾ ਨੂੰ ਸਭ ਤੋਂ ਪਹਿਲਾਂ ਇਹ ਸਨਮਾਨ ਮਿਲਿਆ ਸੀ ਜਦ ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੇ 27 ਮਈ 1951 ਨੂੰ ਉਸ ਨੂੰ ਝੰਡਾ ਪ੍ਰਦਾਨ ਕੀਤਾ ਸੀ। ਇਸ ਮਗਰੋਂ ਰਾਸ਼ਟਰਪਤੀ ਦਾ ਝੰਡਾ ਜਾਂ ਰਾਸ਼ਟਰਪਤੀ ਕਲਰ ਜਲ ਸੈਨਾ ਦੇ ਦੱਖਣੀ ਕਮਾਨ, ਪੂਰਬੀ ਕਮਾਨ, ਪੱਛਮੀ ਕਮਾਨ, ਪੂਰਬੀ ਬੇੜੇ, ਪੱਛਮੀ ਬੇੜੇ, ਪਣਡੁੱਬੀ ਇਕਾਈ INS ਸ਼ਿਵਾਜੀ ਅਤੇ ਭਾਰਤੀ ਨੇਵਲ ਅਕਾਦਮੀ ਨੂੰ ਵੀ ਪ੍ਰਾਪਤ ਹੋਇਆ। ਇੰਡੀਅਨ ਨੇਵਲ ਐਵੀਏਸ਼ਨ ਉਸ ਸਮੇਂ ਹੋਂਦ ਵਿੱਚ ਆਇਆ ਜਦ 13 ਜਨਵਰੀ 1951 ਨੂੰ ਪਹਿਲਾ ਸੀਲੈਂਡ ਹਵਾਈ ਜਹਾਜ਼ ਖਰੀਦਿਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਢੰਗ ਦੇ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕੋਵਿਡ ਟੀਕਾਕਰਨ ਲਾਭਪਾਤਰੀਆਂ ਅਤੇ ਸਿਹਤ ਕਾਮਿਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸੇ ਵੀ ਸੂਬੇ ਵੱਲੋਂ ਆਪਣੀ ਬਾਲਗ ਆਬਾਦੀ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਦੇਣ ਦੇ 100% ਟੀਚੇ ਨੂੰ ਹਾਸਲ ਕਰਨ ਦੇ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਿਲੱਖਣ ਪ੍ਰਾਪਤੀ ਨੂੰ ਹਾਸਲ ਕਰਨ ਦੇ ਲਈ ਫਰੰਟਲਾਈਨ ਸਿਹਤ ਕਾਮਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। 100 वर्ष की सबसे बड़ी महामारी के विरुद्ध लड़ाई में हिमाचल प्रदेश चैंपियन बनकर के सामने आया है। हिमाचल भारत का पहला राज्य बना है जिसने अपनी पूरी एलिजिबल आबादी को कोरोना टीके की कम से कम 1 डोज लगा ली है। यही नहीं, दूसरी डोज के मामले में भी हिमाचल लगभग 1/3 आबादी को पार कर चुका है। हिमाचल के लोगों की इस सफलता ने देश का आत्मविश्वास भी बढ़ाया है और आत्मनिर्भर होना कितना जरूरी है ये भी याद दिलाया है।
ਗੱਲਬਾਤ ਦੌਰਾਨ ਸ਼ਿਮਲਾ ਦੇ ਡੋਡਰਾ ਕਵਾਰ ਖੇਤਰ ਦੇ ਵਿੱਚ ਪੈਂਦੇ ਸਰਕਾਰੀ ਹਸਪਤਾਲ ਦੇ ਡਾਕਟਰ ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਟੀਕਾਕਰਨ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਦੌਰਾਨ ਸਿਹਤ ਕਾਮਿਆਂ ਨੇ ਲੋਕਾਂ ਨੂੰ ਘਰ-ਘਰ ਜਾ ਕੇ ਇਸ ਬਾਰੇ ਜਾਗਰੂਕ ਕੀਤਾ। मतलब वैक्सीनेशन से सर हमें कभी ऐसा फील नहीं हुआ कि हम दुर्गम इलाके में, तो हमारे लिए हमेशा से कोटा सीएमओ ऑफिस से और जगह से हमें हमेशा कोटा मिलता गया था और हमें मतलब कोई भी दिक्कतों का सामना नहीं करना पड़ा था। और सर हमने ये पूरी कोशिश की थी कि हर गांव में एक हमने टीम भेजी थी ताकि वो लोकल लैंग्वेज में लोगों को समझा सके कि वैक्सीन का क्या यूसेज है और वैक्सीन सबसे बड़ा कोरोना के प्रति हथियार है, ये समझाने के लिए हमारी एक टीम हर गांव में गई थी। उन्होंने लोकल लैंग्वेज में लोगों को समझाया था। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵਰਚੁਅਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਕਿ 3 ਨਵੰਬਰ ਤੱਕ ਟੀਕੇ ਦੀ ਦੂਜੀ ਖੁਰਾਕ ਦੇਣ ਦਾ ਟੀਚਾ ਮਿਥਿਆ ਗਿਆ ਹੈ। ਪਹਿਲੀ ਖੁਰਾਕ ਦੇ ਲਈ 53,77,000 ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ, ਜਦਕਿ 55 ਲੱਖ ਲੋਕਾਂ ਨੂੰ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਗਿਆ। ਹੁਣ ਤੱਕ 72 ਲੱਖ ਤੋਂ ਵੱਧ ਲਾਭਪਾਤਰੀਆਂ ਵੱਲੋਂ ਕੋਰੋਨਾ ਵੈਕਸੀਨ ਲਗਵਾਈ ਜਾ ਚੁੱਕੀ ਹੈ। हिमाचल प्रदेश ने 3 सितंबर 2021 तक 55,28,648 लोगों को कोविड वैक्सीन की पहली डोज दी जा चुकी है और 17,92,715 लोगों को पूर्ण टीकाकरण की दूसरी डोज का लक्ष्य भी पूरा किया गया है। और मैं महसूस करता हूं कि निश्चित रूप से जो आने वाले समय में जो सेकंड डोज का भी जो लक्ष्य है उसके लिए भी हमने निर्धारित किया है कि हम सुनिश्चित करेंगे कि 30 नवंबर तक हम सेकंड डोज भी हिमाचल में पूर्ण कर सकें। इसके लिए इस लक्ष्य ਕਿਉਂ ਜੋ ਇਸ ਦੇ ਨਾਲ ਉਹਨਾਂ ਦੀ ਬਾਂਹ ਦਾ ਦਰਦ ਵੀ ਠੀਕ ਹੋ ਗਿਆ ਹੈ। ਬਜ਼ੁਰਗ ਮਹਿਲਾ ਨੇ ਸਾਰੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰਾਨ ਕਿਹਾ ਕਿ ਸਾਨੂੰ ਬਜ਼ੁਰਗਾਂ ਦੇ ਆਸ਼ੀਰਵਾਦ ਦੀ ਲੋੜ ਹੈ। अपने साथ सबको हम बोलते हैं कि टीका लगवाओ, लगाना चाहिए, इसमें हमें फायदा है। गवर्नमेंट ने हमको इतनी हिफाजत के लिए टीका दिया और इतने टीके आए हैं हिमाचल में कि कमी नहीं हुई, किसी चीज की कमी नहीं हुई। आपकी बहुत दया है, आपका बहुत बहुत धन्यवाद है मुख्य प्रधानमंत्री आपको, और आप मुख्य प्रधानमंत्री देना नहीं हम दे सकते। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 38,948 ਨਵੇਂ ਕੋਰੋਨਾ ਮਾਮਲੇ ਰਿਪੋਰਟ ਕੀਤੇ ਗਏ ਨੇ, ਜਦਕਿ ਇਸੇ ਅਰਸੇ ਦੌਰਾਨ 43,903 ਮਰੀਜ਼ਾਂ ਨੂੰ ਸਿਹਤਯਾਬ ਐਲਾਨਿਆ ਗਿਆ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਆંકੜਿਆਂ ਮੁਤਾਬਿਕ ਦੇਸ਼ ਦੇ ਵਿੱਚ ਪੋਜ਼ਿਟਿਵਿਟੀ ਦਰ 2.76% ਹੋ ਗਈ ਹੈ। ਨਵੇਂ ਮਾਮਲਿਆਂ ਦੀ ਪੁਸ਼ਟੀ ਦੇ ਨਾਲ ਦੇਸ਼ ਵਿੱਚ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਗਿਣਤੀ 3,30,27,621 ਹੋ ਗਈ ਹੈ, ਜਿਨ੍ਹਾਂ ਵਿੱਚੋਂ 3,81,995,000 ਵਿਅਕਤੀ ਸਿਹਤਯਾਬ ਹੋ ਚੁੱਕੇ ਨੇ। ਦੇਸ਼ ਵਿੱਚ ਰਿਕਵਰੀ ਦਰ 97.42% ਦਰਜ ਕੀਤੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੇ ਆંકੜੇ ਮਿਲਾ ਕੇ ਦੇਸ਼ ਦੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 4,04,874 ਹੋ ਗਈ ਹੈ, ਜਿਹੜੇ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦਾ 1.24% ਬਣਦਾ ਹੈ। ਬੀਤੇ 24 ਘੰਟਿਆਂ ਦੌਰਾਨ 219 ਵਿਅਕਤੀਆਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 4,40,752 ਹੋ ਗਈ ਹੈ। ਕੌਮੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਦੇਸ਼ ਦੇ ਵਿੱਚ ਕੁੱਲ 68,75,41,762 ਲਾਭਪਾਤਰੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਨੇ। ਟੀਕਾਕਰਨ ਮੁਹਿੰਮ ਇਸ ਸਾਲ 16 ਜਨਵਰੀ ਤੋਂ ਸ਼ੁਰੂ ਹੋਈ ਸੀ। ਬੀਤੇ 24 ਘੰਟਿਆਂ ਦੌਰਾਨ ਦੇਸ਼ ਦੇ ਵਿੱਚ 25,23,099 ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਨੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ G20 ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਦੌਰਾਨ ਲੋਕ ਗ੍ਰਹਿ ਅਤੇ ਖੁਸ਼ਹਾਲੀ ਵਿਸ਼ੇ ਤੇ ਇਟਾਲੀਅਨ ਪ੍ਰੈਜ਼ੀਡੈਂਸੀ ਵੱਲੋਂ ਕਰਵਾਈ ਗਈ ਚਰਚਾ ਦਾ ਹਿੱਸਾ ਲਿਆ। ਮੀਟਿੰਗ ਦੌਰਾਨ ਉਨ੍ਹਾਂ ਲਗਾਤਾਰ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ, SDG ਨੂੰ ਲਾਗੂ ਕਰਨ ਅਤੇ ਉਸ ਦੇ ਨਤੀਜਿਆਂ ਦੇ ਵਿਸਥਾਰਿਤ ਮੁਲਾਂਕਣ ਦੇ ਨਾਲ ਕੋਵਿਡ ਮਹਾਮਾਰੀ ਦੀ ਕੌਮਾਂਤਰੀ ਸਿਹਤ ਤਾਣੇ ਬਾਣੇ ਤੇ ਪੈ ਰਹੇ ਅਸਰ ਤੇ ਭਾਰਤੀ ਪ੍ਰਤੀਕਰਮ ਨੂੰ ਸਾਂਝਾ ਕੀਤਾ। ਮਨਸੁਖ ਮਾਂਡਵੀਆ G20 ਸਿਹਤ ਮੰਤਰੀ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਇਸੇ ਮਹੀਨੇ ਦੀ 4 ਤਰੀਕ ਤੋਂ ਇਟਲੀ ਦੀ ਰਾਜਧਾਨੀ ਰੋਮ ਦੇ 4 ਦਿਨਾਂ ਦੌਰੇ ਤੇ ਨੇ। ਇੱਕ ਟਵੀਟ ਰਾਹੀਂ ਮਾਂਡਵੀਆ ਨੇ ਕਿਹਾ ਹੈ ਕਿ ਉਹਨਾਂ ਸਿਹਤ ਦੇਖਭਾਲ ਵਿੱਚ ਬਿਹਤਰ ਸਹਿਯੋਗ ਦੇ ਲਈ ਆਪਣੇ ਬ੍ਰਾਜ਼ੀਲੀ ਹਮ-ਅਹੁਦਾ ਮਾਰਸੇਲੋ ਕਵੀਰੋਗਾ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਵਨ ਹੈਲਥ ਅਤੇ ਚੰਗੇ ਨਤੀਜਿਆਂ ਦੇ ਲਈ ਨੈਨੋ ਯੂਰੀਆ ਦੀ ਸ਼ੁਰੂਆਤ ਬਾਰੇ ਵੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਮਾਂਡਵੀਆ ਨੇ TB ਦੇ ਵਿਰੁੱਧ ਬ੍ਰਾਜ਼ੀਲ ਦੀ ਲੜਾਈ ਵਿਰੁੱਧ ਸਹਾਇਤਾ ਦੇ ਲਈ ਭਾਰਤ ਦੇ ਪੂਰੇ ਸਮਰਥਨ ਦੀ ਪੇਸ਼ਕਸ਼ ਕੀਤੀ।
ਕੀਤੀ। ਇੱਕ ਹੋਰ ਟਵੀਟ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਉਹਨਾਂ ਬਰਤਾਨੀਆ ਦੇ ਸਿਹਤ ਅਤੇ ਸਮਾਜਿਕ ਦੇਖਭਾਲ ਬਾਰੇ ਰਾਜ ਮੰਤਰੀ ਸਾਜਿਦ ਜਾਵਿਦ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਸਿਹਤ ਸੰਭਾਲ ਦੇ ਖੇਤਰ ਵਿੱਚ ਸਹਿਯੋਗ ਦੇ ਵੱਖ-ਵੱਖ ਖੇਤਰਾਂ ਬਾਰੇ ਚਰਚਾ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਚਰਚਾ ਦੌਰਾਨ ਡਿਜੀਟਲ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਅਤੇ ਟੈਲੀਮੈਡੀਸਨ ਦੇ ਨਵੇਂ ਮਾਡਲਾਂ ਤੱਕ ਪਹੁੰਚ ਵਧਾਉਣ ਦੇ ਤਰੀਕੇ ਵੀ ਸ਼ਾਮਲ ਨੇ। ਮਾਂਡਵੀਆ ਨੇ ਦੱਸਿਆ ਕਿ ਉਹਨਾਂ ਬਰਤਾਨੀਆ ਦੇ ਸਿਹਤ ਮੰਤਰੀ ਨੂੰ ਭਾਰਤ ਦੌਰੇ ਦੇ ਲਈ ਸੱਦਾ ਦਿੱਤਾ। ਉਹਨਾਂ ਅੱਗੇ ਕਿਹਾ ਕਿ ਬਰਤਾਨੀਆ ਨੇ ਭਾਰਤ ਦੇ ਕੋਵਿਡ ਪ੍ਰਬੰਧਨ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦੇਣ ਦੇ ਲਈ ਵਧਾਈ ਦਿੱਤੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।